ਇੱਕ ਵਾਰ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਪਰਿਵਾਰ ਦੇ ਲੋਕ ਮਿਹਨਤ ਮੁਸ਼ੱਕਤ ਵਾਲੇ ਲੋਕ ਸਨ, ਪਰ ਉਹਨਾਂ ਦਾ ਇੱਕ ਲੜਕਾ ਉਹ ਕੰਮ ਕਰਕੇ ਰਾਜੀ ਨਹੀਂ ਸੀ। ਉਹ ਸਾਰਾ ਦਿਨ ਬਿਨਾਂ ਵਜ੍ਹਾ ਬੋਲਿਆ ਕਰਦਾ ਸੀ। ਹਰ ਕੋਈ ਉਸ ਤੋਂ ਪਰੇਸ਼ਾਨ ਸੀ। ਪਹਿਲਾਂ ਪਹਿਲ ਉਸ ਤੋਂ ਘਰ ਵਾਲੇ ਪਰੇਸ਼ਾਨ ਸਨ, ਫਿਰ ਉਸਨੇ ਆਂਢੀ ਗੁਆਂਢੀ ਮੁਹੱਲੇਦਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤੇ ਇੱਕ ਵੇਲਾ ਇਹੋ ਜਿਹਾ ਆ ਗਿਆ ਕਿ ਸਾਰਾ ਪਿੰਡ ਉਸ ਤੋਂ ਦੁਖੀ ਸੀ। ਜਿਹਦੇ ਉਹ ਕੋਲ ਖੜ ਜਾਂਦਾ, ਉਹ ਕੰਨਾਂ 'ਚ ਉਂਗਲਾਂ ਪਾ ਕੇ ਉੱਥੋਂ ਤੁਰ ਜਾਂਦਾ। ਇੰਨਾ ਜ਼ਿਆਦਾ ਬੋਲਿਆ ਕਰਦਾ ਸੀ। ਇੱਕ ਕਿਸਮ ਦਾ ਉਸਨੂੰ ਸਾਰੇ ਮੂਰਖ ਤੇ ਪਾਗਲ ਸਮਝਣ ਲੱਗ ਪਏ ਸਨ। ਘਰਦਿਆਂ ਨੇ ਕਿਸੇ ਤਰੀਕੇ ਦੇ ਨਾਲ ਉਸ ਤੋਂ ਨਿਜਾਤ ਪਾਉਣ ਬਾਰੇ ਸੋਚਿਆ। ਬਹੁਤ ਵਾਰ ਉਸਨੂੰ ਕਹਿੰਦੇ ਕਿ ਤੈਨੂੰ ਬਾਹਰ ਦੂਰ ਕੰਮ ਦਵਾ ਦਿੰਨੇ ਆ, ਤੈਨੂੰ ਕੋਈ ਨਾ ਕੋਈ ਸਾਧਨ ਖੋਲ ਦਿੰਨੇ ਆ, ਤੂੰ ਕਮਾਈ ਕਰਨ ਲੱਗ ਪੈ। ਪਰ ਨਹੀਂ, ਉਹਦਾ ਕੋਈ ਵੀ ਕੰਮ ਨਾ ਚੱਲਦਾ। ਇੱਕ ਵਾਰ ਉਹਨਾਂ ਦੇ ਪਿੰਡ ਵਿੱਚ ਕੁਝ ਸਾਧੂ ਆ ਗਏ। ਉਹ ਸਾਧੂਆਂ ਦੇ ਕੋਲ ਉਸਨੂੰ ਤੋਰ ਦਿੱਤਾ ਕਿ ਕੁਝ ਦਿਨ ਸਾਧੂਆਂ ਦੀ ਸੇਵਾ ਕਰ। ਸਾਧੂ ਉਸ ਦੀ ਸੇਵਾ ਤੋਂ ਪਹਿਲੇ ਪਹਿਲ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਉਹਨਾਂ ਨੂੰ ਆ ਕੇ ਘਰ ਵਾਲਿਆਂ ਨੂੰ ਕਿਹਾ ਕਿ ਇਹ ਬੱਚਾ ਸਾਨੂੰ ਬਹੁਤ ਵਧੀਆ ਲੱਗਿਆ, ਸਾਡੇ ਮਨ ਨੂੰ ਬਹੁਤ ਚੰਗਾ ਲੱਗਿਆ, ਪਿਆਰਾ ਬੱਚਾ ਹੈ, ਸੇਵਾ ਬੜੀ ਤਨ ਮਨ ਨਾਲ ਕਰਦਾ ਹੈ। ਅਸੀਂ ਇਸ ਨੂੰ ਬੀਬਾ ਬਾਲਕ ਬਣਾ ਦਿਆਂਗੇ। ਇਹ ਬੋਲਦਾ ਬਹੁਤ ਜ਼ਿਆਦਾ ਹੈ, ਪਰ ਇਹ ਸਾਡੇ ਤੇ ਛੱਡ ਦਿਓ, ਇਸ ਨੂੰ ਤਕਲੇ ਵਾਂਗ ਸਿੱਧਾ ਕਰ ਦਿਆਂਗੇ। ਘਰ ਵਾਲਿਆਂ ਨੇ ਤੁਰੰਤ ਭੱਜ ਕੇ ਹਾਂ ਕਰ ਦਿੱਤੀ ਕਿ ਠੀਕ ਹੈ। ਘਰ ਵਾਲਿਆਂ ਨੂੰ ਤਾਂ ਇਹ ਸੀ ਕਿ ਬਲਾ ਟਲੀ, ਤੇ ਸਾਧੂ ਬਾਬਿਆਂ ਨੂੰ ਇਹ ਸੀ ਕਿ ਹੋਰ ਨਹੀਂ ਕੁਛ ਤਾਂ ਸਾਨੂੰ ਇੱਕ ਸੇਵਕ ਮਿਲ ਗਿਆ। ਸਾਧੂ ਬਾਬੇ ਉਸ ਨੂੰ ਆਪਣੇ ਨਾਲ ਆਪਣੇ ਡੇਰੇ ਤੇ ਲੈ ਗਏ। ਕੁਛ ਦਿਨ ਤਾਂ ਸਾਧੂਆਂ ਦਾ ਬਹੁਤ ਵਧੀਆ ਉਸਨੇ ਮਨੋਰੰਜਨ ਵੀ ਕੀਤਾ, ਉਹਨਾਂ ਦੀ ਸੇਵਾ ਵੀ ਕਰਦਾ ਰਿਹਾ। ਮਨੋਰੰਜਨ ਇਸ ਤਰ੍ਹਾਂ ਕਿ ਉਸਨੇ ਕਿੱਸੇ ਕਹਾਣੀਆਂ ਸੁਣਾਈ ਜਾਇਆ ਕਰਨੇ। ਰਾਤ ਨੂੰ ਵੀ ਸਾਧੂਆਂ ਨੇ ਉਹਦੇ ਅੱਗੇ ਹੱਥ ਜੋੜਿਆ ਕਰਨੇ, ਫਿਰ ਜਾ ਕੇ ਉਸਨੇ ਆਪਣੇ ਬਿਸਤਰ ਤੇ ਲੇਟਿਆ ਕਰਨਾ। ਪਰ ਥੋੜੇ ਦਿਨਾਂ ਬਾਅਦ ਉਹ ਬਾਲਕ, ਉਹ ਬੱਚਾ ਉਹਨਾਂ ਨੂੰ ਬੋਝ ਲੱਗਣ ਲੱਗ ਪਿਆ। ਉਸ ਬੱਚੇ ਦੀ ਉਮਰ ਤਕਰੀਬਨ 18-19 ਸਾਲ ਸੀ। ਫਿਰ ਉਹਨਾਂ ਨੂੰ ਲੱਗਣ ਲੱਗਿਆ ਕਿ ਇਸ ਨੂੰ ਵਾਪਿਸ ਘਰ ਭੇਜ ਦਈਏ। ਉਹਨਾਂ ਨੇ ਆਖਿਆ ਕਿ ਭਾਈ ਤੂੰ ਬਹੁਤ ਸੇਵਾ ਕਰ ਲਈ, ਇਹ ਘਰ ਚਲਿਆ ਜਾ। ਪਰ ਉਹ ਬੱਚੇ ਨੇ ਮਨਾ ਕਰ ਦਿੱਤਾ ਕਿ ਨਹੀਂ, ਮੈਂ ਤੁਹਾਡੀ ਹੀ ਸੇਵਾ ਕਰਨੀ ਹੈ, ਮੇਰੀ ਰੂਹ ਇੱਥੇ ਰਾਜੀ ਹੁੰਦੀ ਹੈ, ਮੇਰਾ ਦਿਲ ਇੱਥੇ ਲੱਗਦਾ ਹੈ। ਇਹ ਡੇਰਾ ਬਹੁਤ ਵਧੀਆ ਥਾਂ ਤੇ ਬਣਿਆ, ਖਾਣ ਪੀਣ ਨੂੰ ਫਲ ਫਰੂਟ ਵੀ ਨੇ, ਪਿੰਡਾਂ ਵਾਲੇ ਦੁੱਧ ਦੀ ਸੇਵਾ ਵੀ ਕਰ ਜਾਂਦੇ ਨੇ, ਫੁਲਕੇ ਵਗੈਰਾ ਸਭ ਕੁਝ ਵਾਧੂ ਨੇ। ਪਿੰਡ ਤਾਂ ਮੈਂ ਭੁੱਖਾ ਮਰ ਜਾਣਾ ਸੀ, ਇੱਥੇ ਮੈਂ ਤੁਹਾਡੀ ਸੇਵਾ ਕਰਦਾ ਹਾਂ। 4 ਡੰਗਰ ਚਾਹੇ ਮੈਨੂੰ ਹੋਰ ਲਿਆ ਦਿਓ, ਮੈਂ ਉਹਨਾਂ ਦੀ ਵੀ ਸੇਵਾ ਕਰ ਲਵਾਂਗਾ, ਪਰ ਮੈਂ ਹੁਣ ਪਿੰਡ ਵਾਪਿਸ ਨਹੀਂ ਪਰਤਣਾ। ਇਸ ਗੱਲ ਤੇ ਲੀਕ ਮਾਰ ਦਿਓ। ਸਾਧੂਆਂ ਨੇ ਹੁਣ ਉਸ ਨੂੰ ਤੰਗ ਪਰੇਸ਼ਾਨ ਕਰਨਾ ਵੀ ਸ਼ੁਰੂ ਕਰ ਦਿੱਤਾ। ਉਸ ਨੂੰ ਰੋਟੀ ਪਾਣੀ ਵੀ ਉਸਦਾ ਘੱਟ ਕਰ ਦਿੱਤਾ, ਪਰ ਇਸ ਦੇ ਬਾਵਜੂਦ ਉਹ ਬੱਚਾ ਟਸ ਤੋਂ ਮਸ ਨਾ ਹੋਇਆ। ਉਹ ਡੇਰੇ ਦੇ ਨਾਲ ਪੱਕੇ ਤੌਰ ਤੇ ਰਹਿਣ ਦਾ ਮਨ ਬਣਾ ਚੁੱਕਿਆ ਸੀ। ਫਿਰ ਉਹਨਾਂ ਸਾਰੇ ਸਾਧੂਆਂ ਨੇ ਰਲ ਕੇ ਸਲਾਹ ਕੀਤੀ ਕਿ ਬੱਚਾ ਖੇੜਾ ਨਹੀਂ ਛੱਡਦਾ ਤੇ ਅਸੀਂ ਛੱਡ ਜੰਨੇ ਆ। ਉਹਨਾਂ ਨੇ ਇੱਕ ਦਿਨ ਬੱਚੇ ਨੂੰ ਕੋਲ ਬੁਲਾ ਕੇ ਕਿਹਾ ਕਿ ਭਾਈ ਦੇਖ, ਡੇਰਾ ਤੂੰ ਸੰਭਾਲ ਲੈ, ਅਸੀਂ ਹੁਣ ਗੰਗਾ ਕਿਨਾਰੇ ਚੱਲੇ ਆਂ, ਉੱਥੇ ਜਾ ਕੇ ਅਸੀਂ ਤਪ ਤਪੱਸਿਆ ਕਰਨੀ ਹੈ ਤੇ ਤੂੰ ਸਾਡੇ ਪਿੱਛੇ ਨਹੀਂ ਆਉਣਾ। ਤੂੰ ਡੇਰਾ ਸੰਭਾਲ, ਡੇਰੇ ਦੀ ਸਾਰੀ ਜ਼ਿੰਮੇਵਾਰੀ ਤੇਰੇ ਕੋਲ ਹੈ। ਉਹ ਕਹਿੰਦਾ ਕਿ ਇਹ ਤਾਂ ਸੰਭਵ ਨਹੀਂ ਕਿ ਮੈਂ ਉੱਥੇ ਨਾ ਆਵਾਂ, ਮੈਂ ਆਵਾਂਗਾ ਜ਼ਰੂਰ, ਤੁਸੀਂ ਮੈਨੂੰ ਕੋਈ ਕਾਰਜ ਸੌਂਪ ਦਿਓ, ਮੈਂ ਉਹ ਕਾਰਜ ਪੂਰਾ ਕਰਕੇ ਉੱਥੇ ਆ ਜਾਵਾਂਗਾ। ਹੁਣ ਸਾਧੂਆਂ ਨੇ ਰਾਏ ਕੀਤੀ ਕਿ ਕਿਹੜਾ ਕਾਰਜ ਅਜਿਹਾ ਹੋਵੇਗਾ ਕਿ ਜਿਹੜਾ ਇਸ ਤੋਂ ਪੂਰਨ ਹੀ ਨਾ ਹੋਵੇ। ਇੱਕ ਨੇ ਕੁਛ ਸਲਾਹ ਦਿੱਤੀ, ਦੂਜੇ ਨੇ ਕੁਛ, ਸਾਰਿਆਂ ਨੇ ਕਰ ਕਰਾ ਕੇ ਇਹ ਸਿੱਟਾ ਕੱਢਿਆ ਕਿ ਬਾਕੀ ਸਾਰਾ ਕੁਛ ਤਾਂ ਇਸ ਦੇ ਜਿੱਦੀ ਪੂਣੇ ਦੇ ਅੱਗੇ ਨੀਵਾਂ ਪੈ ਜਾਣਾ ਹੈ, ਛੋਟਾ ਪੈ ਜਾਣਾ ਹੈ, ਇਸ ਨੇ ਸਾਰਾ ਕੁਛ ਹੀ ਕਰ ਲੈਣਾ ਹੈ। ਅਜਿਹਾ ਕੁਛ ਦਈਏ ਕਿ ਜਿਹੜਾ ਅਸਲ ਵਿੱਚ ਹੋਣਾ ਸੰਭਵ ਹੀ ਨਾ ਹੋਵੇ। ਇੱਕ ਸਾਧੂ ਨੇ ਧੂਣੀ ਦੇ ਉੱਤੋਂ ਬਲਦਾ ਹੋਇਆ ਇੱਕ ਟੰਬਾ ਚੁੱਕ ਲਿਆ। ਉਹ ਟੰਬਾ ਚੁੱਕ ਕੇ ਉਸਨੇ ਪਾਸੇ ਰੱਖ ਲਿਆ। ਹੁਣ ਅੱਧਾ ਬਲ ਚੁੱਕਿਆ ਸੀ ਜੜ੍ਹਾਂ ਵਾਲੇ ਪਾਸਿਓਂ, ਤੇ ਉਸਨੇ ਉਸ ਬੱਚੇ ਨੂੰ ਆਵਾਜ਼ ਮਾਰੀ, ਕਹਿੰਦਾ ਪੁੱਤਰ ਇੱਧਰ ਆ, ਇਹ ਟੰਬਾ ਤੂੰ ਇੱਥੇ ਗੱਡ ਦੇ, ਜ਼ਮੀਨ ਦੇ ਵਿੱਚ ਗੱਡ ਕੇ ਇਸ ਨੂੰ ਪਾਣੀ ਪਾ ਦੇ। ਪਾਣੀ ਇਸ ਨੂੰ ਪਾਉਂਦਾ ਰਹੇ, ਦਿਨ ਰਾਤ ਪਾਉਂਦਾ ਰਹੇ, ਜਿੰਨਾ ਚਿਰ ਮਰਜ਼ੀ ਪਾਉਂਦਾ ਰਹੇ। ਜਦੋਂ ਇਹਦੇ ਜੜ੍ਹਾਂ ਨਿਕਲ ਆਈਆਂ, ਜਦੋਂ ਇਹ ਦੁਬਾਰਾ ਫੁੱਟ ਪਿਆ, ਜਦੋਂ ਇਹਦੇ ਹਰੇ ਪੱਤੇ ਹੋ ਗਏ, ਉਦੋਂ ਤੂੰ ਇਸ ਨੂੰ ਪੁੱਟ ਕੇ ਜ਼ਮੀਨ ਦੇ ਵਿੱਚੋਂ ਸਾਡੇ ਕੋਲ ਗੰਗਾ ਦੇ ਕੰਢੇ ਆ ਜਾਵੀਂ, ਅਸੀਂ ਤੈਨੂੰ ਸਵੀਕਾਰ ਕਰ ਲਵਾਂਗੇ ਤੇ ਫਿਰ ਤੂੰ ਜ਼ਿੰਦਗੀ ਭਰ ਦੇ ਲਈ ਸਾਡੇ ਨਾਲ ਰਹਿ ਸਕਦਾ ਹੈ। ਬੱਚੇ ਨੇ 7 ਬਚਨ ਕਹਿ ਕੇ ਟੰਬਾ ਉੱਥੇ ਜ਼ਮੀਨ ਦੇ ਵਿੱਚ ਗੱਡ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਤੇ ਇੰਨੀ ਗੱਲ ਕਹਿ ਕੇ ਸਾਧੂ ਬਾਬੇ ਉੱਥੋਂ ਅਲਵਿਦਾ ਕਹਿ ਕੇ ਚਲੇ ਗਏ। ਡੇਰੇ ਦੀ ਸਾਂਭ ਸੰਭਾਲ ਉਸ ਨੂੰ ਸੌਂਪ ਗਏ ਤੇ ਆਪ ਉਹ ਗੰਗਾ ਕਿਨਾਰੇ ਚਲੇ ਗਏ। ਡੇਰੇ ਤੇ ਹੁਣ ਪਹਿਲਾਂ ਵਾਂਗ ਰੌਣਕਾਂ ਨਹੀਂ ਲੱਗਦੀਆਂ ਸਨ। ਹੁਣ ਕਦੇ ਕਦਾਈ ਕੋਈ ਆਇਆ ਕਰਦਾ ਸੀ ਤੇ ਵਾਪਸ ਚਲਿਆ ਜਾਇਆ ਕਰਦਾ ਸੀ। ਹੁਣ ਉਸ ਬੱਚੇ ਨੂੰ ਪਿੰਡ ਵਿੱਚੋਂ ਆਪ ਗਜਾ ਕਰਕੇ ਲਿਆਉਣੀ ਪੈਂਦੀ ਸੀ। ਬਹੁਤੀ ਵਾਰ ਤਾਂ ਉਹ ਆਪਣੇ ਜੋਗੀ ਰੋਟੀ ਪਾਣੀ ਲਿਆਉਂਦਾ, ਕਦੇ ਕਦਾਈ ਕੋਈ ਰਾਹੀ ਪਾਂਧੀ ਰੁਕ ਜਾਂਦਾ ਤੇ ਉਹਦੇ ਲਈ ਵੀ ਲੈ ਆਉਂਦਾ। ਦੁੱਧ ਦੀ ਉੱਥੇ ਕਮੀ ਕੋਈ ਨਹੀਂ ਸੀ, ਦੁੱਧ ਲਈ ਮੱਝਾਂ ਬਹੁਤ ਸਨ। ਇਸੇ ਤਰ੍ਹਾਂ ਇੱਕ ਦਿਨ ਕੀ ਹੋਇਆ ਕਿ ਉਹ ਗਜਾ ਕਰਕੇ ਵਾਪਿਸ ਤੁਰਿਆ ਆ ਰਿਹਾ ਸੀ
ਕਿ ਉਸ ਨੂੰ ਰਸਤੇ ਦੇ ਵਿੱਚ ਆਵਾਜ਼ਾਂ ਸੁਣਾਈ ਦਿੱਤੀਆਂ। ਇਹ ਆਵਾਜ਼ਾਂ ਦੂਰੋਂ ਇਸ ਤਰ੍ਹਾਂ ਲੱਗ ਰਹੀਆਂ ਸੀ ਕਿ ਜਿਵੇਂ ਕੋਈ ਰੋ ਰਿਹਾ ਹੋਵੇ। ਕਰੀਬ ਜਾ ਕੇ ਉਸਨੇ ਦੇਖਿਆ ਤੇ ਇੱਕ ਕੁੱਤੀ ਤੇ ਉਸਦੇ 5-7 ਬੱਚੇ ਉੱਥੇ ਵਿਲਕ ਰਹੇ ਸਨ। ਉਸਨੇ ਦੇਖਿਆ ਕਿ ਇਹਨਾਂ ਨੂੰ ਭੁੱਖ ਲੱਗੀ ਹੋਈ ਹੈ, ਇਹ ਭੁੱਖ ਦੀ ਵਜ੍ਹਾ ਕਰਕੇ ਉੱਥੇ ਵਿਲਕ ਰਹੇ ਨੇ। ਤੇ ਉਸ ਦਿਨ ਸਬੱਬ ਵੀ ਐਸਾ ਬਣਿਆ ਸੀ ਕਿ ਇਸ ਬਾਲਕ ਨੂੰ ਕਿਤੋਂ ਗਜਾ ਨਹੀਂ ਮਿਲੀ ਸੀ। ਇਹ ਖਾਲੀ ਹੱਥ ਹੀ ਵਾਪਸ ਡੇਰੇ ਨੂੰ ਪਰਤ ਰਿਹਾ ਸੀ। ਫਿਰ ਇਸਨੇ ਸੋਚਿਆ ਕਿ ਮੈਂ ਕੱਲ ਵਾਲੇ ਪ੍ਰਸ਼ਾਦਿਆਂ ਨੂੰ ਹੀ ਕਿਸੇ ਤਰੀਕੇ ਨਾਲ ਗਰਮ ਕਰ ਲੈਣਾ ਹਾਂ, ਖੁਦ ਵੀ ਉਹ ਛਕ ਲਵਾਂਗਾ ਤੇ ਇਹਨਾਂ ਨੂੰ ਜਿਹੜੇ ਭੁੱਖੇ ਵਿਲਕ ਰਹੇ ਨੇ ਇਹਨਾਂ ਨੂੰ ਵੀ ਮੈਂ ਪਾ ਜਾਵਾਂਗਾ। ਸੋ ਰਾਤ ਕਾਫੀ ਹੋ ਗਈ। ਉਸਨੇ ਪ੍ਰਸ਼ਾਦੇ ਗਰਮ ਕੀਤੇ, ਨਾਲ ਜਿਹੜਾ ਦੁੱਧ ਸੀ ਉਹ ਵੀ ਲੈ ਕੇ ਇੱਕ ਬਰਤਨ ਦੇ ਵਿੱਚ, ਵੱਡੇ ਖੁੱਲੇ ਬਰਤਨ ਦੇ ਵਿੱਚ ਲੈ ਕੇ ਨਾਲ ਪ੍ਰਸ਼ਾਦੇ ਲੈ ਕੇ ਉਹ ਵਾਪਸ ਪਰਤਿਆ। ਠੰਡ ਵੀ ਬਹੁਤ ਸੀ, ਠੰਡ ਦੇ ਦਿਨ ਸਨ, ਰਾਤ ਦਾ ਵੇਲਾ ਸੀ। ਇਸ ਦੇ ਬਾਵਜੂਦ ਉਸਨੇ ਆਪਣੇ ਆਰਾਮ ਨੂੰ ਤਰਜੀਹ ਨਹੀਂ ਦਿੱਤੀ। ਉਸਨੇ ਇਨਸਾਨੀਅਤ ਦਾ ਸਭ ਤੋਂ ਵੱਡਾ ਫਰਜ਼ ਅਦਾ ਕਰ ਦਿੱਤਾ ਕਿ ਕਿਸੇ ਲੋੜਵੰਦ ਦੀ ਉਸਨੇ ਮਦਦ ਕਰ ਦਿੱਤੀ। ਬਾਅਦ ਵਿੱਚ ਉਸਨੇ ਇਹ ਵੀ ਸੋਚਿਆ ਕਿ ਇੰਨੀ ਠੰਡ ਹੈ, ਠੰਡ ਸ਼ਦੀਦ ਠੰਡ ਦੇ ਕਾਰਨ ਇਹ ਜਿਹੜੇ ਛੋਟੇ ਛੋਟੇ ਕਤੂਰੇ ਨੇ ਇਹ ਕਿਤੇ ਪ੍ਰਾਣ ਨਾ ਤਿਆਗ ਜਾਣ, ਇਹਨਾਂ ਨੂੰ ਗਰਮੀ ਵੀ ਚਾਹੀਦੀ ਹੋਏਗੀ। ਸੋ ਇਨਸਾਨੀਅਤ ਦਾ ਦੂਸਰਾ ਵੱਡਾ ਫਰਜ਼ ਅਦਾ ਕਰਦਿਆਂ ਉਹ ਉਹਨਾਂ ਦੇ ਸਾਰੇ ਪਰਿਵਾਰ ਨੂੰ ਚੁੱਕ ਕੇ ਆਪਦੇ ਡੇਰੇ ਤੇ ਲੈ ਆਇਆ ਤੇ ਇੱਕ ਕਮਰੇ ਦੇ ਵਿੱਚ ਉਸਨੇ ਪਰਾਲੀ ਵਿਛਾ ਦਿੱਤੀ ਤੇ ਉਹਨਾਂ ਦੇ ਪੱਕੀ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ। ਇਸੇ ਤਰੀਕੇ ਨਾਲ ਉਸਨੇ ਕਈ ਦਿਨ ਸੇਵਾ ਸੰਭਾਲ ਉਹਨਾਂ ਕੁੱਤਿਆਂ ਦੀ ਕੀਤੀ। ਤੇ ਕੀ ਦੇਖਦਾ ਕਿ ਇੱਕ ਦਿਨ ਜਦੋਂ ਉਸ ਝੁਲਸੇ ਹੋਏ ਟੰਬੇ ਨੂੰ ਪਾਣੀ ਪਾਉਣ ਜਾ ਰਿਹਾ ਸੀ, ਜਿਸ ਤੋਂ ਉਸਨੂੰ ਉਮੀਦ ਸੀ ਕਿ ਇੱਕ ਦਿਨ ਪੱਤੇ ਨਿਕਲ ਆਉਣਗੇ, ਤਾਂ ਸੱਚ ਵਿੱਚ ਉਸਦੇ ਪੱਤੇ ਨਿਕਲ ਆਏ। ਉਸਦੀਆਂ ਜੜ੍ਹਾਂ ਲੰਮੀਆਂ ਹੋ ਗਈਆਂ ਤੇ ਉਸ ਨੂੰ ਸਮਝ ਆ ਗਈ ਕਿ ਸ਼ਾਇਦ ਇਸ ਸੇਵਾ ਦਾ ਮੈਨੂੰ ਇਹ ਸਿੱਟਾ ਮਿਲਿਆ ਹੈ, ਇਸੇ ਸੇਵਾ ਦੀ ਬਦੌਲਤ ਹੀ ਸਾਰਾ ਕੁਝ ਹੋ ਗਿਆ ਹੈ। ਉਦੋਂ ਹੀ ਉਸਨੇ ਉਹ ਟੰਬਾ ਜ਼ਮੀਨ ਤੋਂ ਉਖਾੜ ਲਿਆ। ਜ਼ਮੀਨ ਤੋਂ ਜਦੋਂ ਉਸਨੇ ਪੁੱਟਿਆ ਤੇ ਦੇਖਿਆ ਉਹਦੇ ਇੱਕ ਪਾਸੇ ਤਾਂ ਬਹੁਤ ਬੁਰੀ ਤਰ੍ਹਾਂ ਝੁਲਸਿਆ ਹੋਇਆ ਸੀ, ਸੜਿਆ ਹੋਇਆ ਸੀ, ਇਸ ਤਰ੍ਹਾਂ ਸੀ ਕਿ ਜਿਵੇਂ ਕੋਲੇ ਹੋਣ। ਇਹ ਸੱਚਮੁੱਚ ਇੱਕ ਕਿਸਮ ਦਾ ਕਰਿਸ਼ਮਾ ਹੀ ਵਾਪਰ ਗਿਆ ਸੀ। ਉਹ ਉਸ ਟੰਬੇ ਨੂੰ ਨਾਲ ਲੈ ਕੇ ਸਾਧੂਆਂ ਦੀ ਤਲਾਸ਼ ਵਿੱਚ ਤੁਰ ਪਿਆ। ਗੰਗਾ ਪਹੁੰਚ ਕੇ ਥੋੜੀ ਉਸਨੇ ਮੁਸ਼ੱਕਤ ਮਿਹਨਤ ਕੀਤੀ ਤੇ ਸਾਧੂਆਂ ਦੇ ਝੁੰਡ ਵਿੱਚ ਜਾ ਵੜਿਆ। ਉਹੀ ਸਾਧੂ ਜਿਹੜੇ ਡੇਰਾ ਆਪਣਾ ਇਸ ਨੂੰ ਸੌਂਪ ਗਏ ਸਨ। ਸਾਧੂਆਂ ਦੇ ਅੱਗੇ ਜਾ ਕੇ ਉਸਨੇ ਟੰਬਾ ਰੱਖ ਦਿੱਤਾ। ਸਾਰੇ ਸਾਧੂ ਹੈਰਾਨ ਹੋ ਗਏ। ਉਹ ਸਾਧੂਆਂ ਦੇ ਪੈਰੀਂ ਹੱਥ ਲਾ ਰਿਹਾ ਸੀ ਤੇ ਸਾਧੂ ਉਹਦੇ ਪੈਰੀਂ ਹੱਥ ਲਾ ਰਹੇ ਸੀ। ਸਾਧੂ ਮੰਨ ਗਏ ਕਿ ਵਾਕਈ ਇਸਨੇ ਤੇ ਰੱਬ ਹੀ ਪ੍ਰਾਪਤ ਕਰ ਲਿਆ ਹੈ। ਸਾਧੂ ਪਹਿਲਾਂ ਅਚੰਭਿਤ ਰਹਿ ਗਏ, ਫਿਰ ਉਹਨਾਂ ਨੇ ਉਸ ਨੂੰ ਸਵਾਲ ਪੁੱਛਿਆ ਕਿ ਇਹ ਸਾਰਾ ਕੁਝ ਕਿਵੇਂ ਸੰਭਵ ਹੋਇਆ? ਤੂੰ ਇਸ ਟੰਬੇ ਦੇ ਨਾਲ ਅਜਿਹਾ ਕੀ ਕੀਤਾ ਕਿ ਦੁਬਾਰਾ ਤੋਂ ਸੁਰਜੀਤ ਹੋ ਗਿਆ? ਤਾਂ ਉਸਨੇ ਸਾਰੀ ਕਹਾਣੀ ਸੁਣਾਈ ਕਿ ਮੈਂ ਆਉਣ ਜਾਣ ਵਾਲਿਆਂ ਦੀ ਸੇਵਾ ਕਰਦਾ ਸਾਂ। ਆਉਣ ਜਾਣ ਵਾਲਿਆਂ ਨੂੰ ਮੈਂ ਕਦੀ ਖਾਲੀ ਨਹੀਂ ਸਾਂ ਮੋੜਦਾ। ਚਾਹੇ ਆਪ ਨੂੰ ਮੈਨੂੰ ਦੁੱਖ ਸਹਿਣਾ ਪੈਂਦਾ ਸੀ, ਚਾਹੇ ਆਪ ਮੈਂ ਠੰਡ ਵਿੱਚ ਪੈਂਦਾ ਸੀ, ਪਰ ਉਹਨਾਂ ਨੂੰ ਹਮੇਸ਼ਾ ਮੈਂ ਕਮਰਾ ਪ੍ਰਦਾਨ ਕਰਦਾ ਸੀ। ਤੇ ਦੂਜੀ ਵੱਡੀ ਗੱਲ, ਮੈਂ ਇੱਕ ਸੂਈ ਹੋਈ ਕੁੱਤੀ ਉਸਦੇ ਕਤੂਰਿਆਂ ਦਾ ਧਿਆਨ ਰੱਖਿਆ, ਉਹਨਾਂ ਨੂੰ ਦੁੱਧ ਪਾਣੀ ਪਿਲਾਇਆ ਤੇ ਉਹਨਾਂ ਨੂੰ ਵੀ ਮੈਂ ਰਿਹਾਇਸ਼ ਦਾ ਪ੍ਰਬੰਧ ਕਰਕੇ ਦਿੱਤਾ। ਸ਼ਾਇਦ ਪਰਮਾਤਮਾ ਨੇ ਮੇਰੀ ਕਿਸੇ ਸੇਵਾ ਦਾ ਫਲ ਮੋੜ ਦਿੱਤਾ। ਸਾਧੂ ਬਾਬਿਆਂ ਨੇ ਘੁੱਟ ਕੇ ਉਸ ਬੱਚੇ ਨੂੰ ਆਪਣੇ ਗਲ ਦੇ ਨਾਲ ਲਾਇਆ ਤੇ ਉਸ ਤੋਂ ਮਾਫੀ ਮੰਗੀ ਕਿ ਅਸੀਂ ਇੱਕ ਵੱਡੀ ਗਲਤੀ ਕਰ ਗਏ ਸਾਂ। ਅਸੀਂ ਤਾਂ ਤੇਰੇ ਤੋਂ ਪਿੱਛਾ ਛੁਡਾ ਰਹੇ ਸਾਂ, ਪਰ ਤੂੰ ਤਾਂ ਨੇਕ ਰੂਹ ਹੈ, ਤੂੰ ਤਾਂ ਰੱਬੀ ਰੂਹ ਹੈ। ਤੂੰ ਤਾਂ ਉਹ ਕਰ ਵਿਖਾਇਆ ਜਿਹੜਾ ਕਰਨ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ, ਜਿਹੜਾ ਸਾਡੇ ਤੋਂ ਹੋ ਹੀ ਨਹੀਂ ਸਕਦਾ।